ਡਾਇਲਿਸਿਸ ਸੈਂਟਰ ਨੂੰ ਹਸਪੀਟਲ ਕਹਿਣਾ ਮੈਨੂੰ ਲੱਗਦਾ ਕਿੱਥੇ ਨਾ ਕਿੱਥੇ ਜਾਇਜ਼ ਨਹੀਂ ਹੈ। ਮੇਰਾ ਤਾਂ ਇੱਕ ਹੋਰ ਬੜਾ ਵੱਡਾ ਇਤਰਾਜ਼ ਹੈ ਕਿ ਡਾਇਲਿਸਿਸ ਸੈਂਟਰ ਖੋਲਿਆ ਗਿਆ ਔਰ ਉੱਥੇ ਟਕੈਤ ਨੂੰ ਬੁਲਾਇਆ ਗਿਆ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਵਾਟ ਇਜ਼ ਦ ਡਿਫਰੈਂਸ ਬਿਟਵੀਨ ਹਸਪੀਟਲ ਐਂਡ ਡਾਇਲਿਸਿਸ ਸੈਂਟਰ। ਔਰ ਇਹ ਦੁਨੀਆ ਨੂੰ ਦਿਖ ਗਿਆ। ਸਿੱਖ ਨਿਊਜ਼ ਐਕਸਪ੍ਰੈਸ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ। ਅੱਜ ਅਸੀਂ ਗੱਲਬਾਤ ਕਰਾਂਗੇ ਬਾਲਾ ਸਾਹਿਬ ਹਸਪੀਟਲ ਨੂੰ ਲੈ ਕੇ ਸਰਦਾਰ ਹਰਿੰਦਰਪਾਲ ਸਿੰਘ ਜੀ, ਜੋ ਕਿ ਗੁਰਮਤ ਕਾਲਜ ਦੇ ਫਾਰਮਰ ਚੇਅਰਮੈਨ ਹਨ ਅਤੇ DSGMC ਦੇ ਐਗਜ਼ੈਕਟਿਵ ਮੈਂਬਰ ਹਨ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਬਾਲਾ ਸਾਹਿਬ ਹਸਪੀਟਲ ਹੈ ਉਸ ਨੂੰ ਡਾਇਲਿਸਿਸ ਸੈਂਟਰ ਦੇ ਵਿੱਚ ਬਦਲਿਆ ਗਿਆ ਬਾਦਲ ਦਲ ਵੱਲੋਂ, ਸਿਰਸਾ ਵੱਲੋਂ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਦੇਖੋ, ਡਾਇਲਿਸਿਸ ਸੈਂਟਰ ਬਣਾਉਣਾ ਬੜੀ ਮੁਬਾਰਕ ਗੱਲ ਹੈ, ਲੇਕਿਨ ਡਾਇਲਿਸਿਸ ਸੈਂਟਰ ਨੂੰ ਹਸਪੀਟਲ ਕਹਿਣਾ ਮੈਨੂੰ ਲੱਗਦਾ ਕਿੱਥੇ ਨਾ ਕਿੱਥੇ ਜਾਇਜ਼ ਨਹੀਂ ਹੈ। ਔਰ ਡਾਇਲਿਸਿਸ ਸੈਂਟਰ ਵੀ ਹੋਣ ਔਰ ਬਣਾਇਆ ਜਾਵੇ ਡਾਇਲਿਸਿਸ ਸੈਂਟਰ, ਤਾਂ ਉੱਥੇ ਐਮਰਜੈਂਸੀ ਦਾ ਹੋਣਾ, ICU ਹੋਣਾ, ਐਮਰਜੈਂਸੀ ਉੱਥੇ ਰੱਖਣੀ, ਉੱਥੇ 2-3 ਐਕਸਪਰਟ ਡਾਕਟਰ ਰੱਖਣੇ, ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਸੀ। ਲੇਕਿਨ ਸ਼ਾਇਦ ਜਲਦੀ ਦੇ ਵਿੱਚ ਇਹ ਸਿਲੈਕਸ਼ਨ ਕਰਕੇ ਇਹ ਡਾਇਲਿਸਿਸ ਸੈਂਟਰ ਫਟਾਫਟ ਬਣਾ ਦਿੱਤਾ ਗਿਆ ਔਰ ਉੱਥੇ ਜਿਹੜੀਆਂ ਹੋਰ ਜ਼ਰੂਰੀ ਐਮਰਜੈਂਸੀ ਚਾਹੀਦੀ ਸੀ ਉਹ ਉਹਨਾਂ ਨੇ ਉੱਥੇ ਨਹੀਂ ਬਣਾਈ, ਜਿਸ ਕਰਕੇ ਇੱਕ ਹਾਦਸਾ ਵੀ ਹੋਇਆ। ਔਰ ਮੈਂ ਨਹੀਂ ਸਮਝਦਾ ਕਿ ਇਸ ਨੂੰ ਸਾਨੂੰ ਜਿਹੜਾ ਹੈ ਹਸਪੀਟਲ ਕਹਿਣਾ ਚਾਹੀਦਾ। ਹਸਪੀਟਲ ਦੇ ਮਾਇਨੇ ਹੋਰ ਨੇ, ਡਾਇਲਿਸਿਸ ਸੈਂਟਰ ਦੇ ਹੋਰ ਨੇ। ਡਾਇਲਿਸਿਸ ਸੈਂਟਰ ਤਾਂ ਸਾਰੇ ਕਈ ਇੱਥੇ ਦਿੱਲੀ ਦੇ ਵਿੱਚ ਮਤਲਬ ਹੈ ਕਿ ਦਸਿਓਂ ਇਸ ਤਰ੍ਹਾਂ ਦੇ ਸਿੰਘ ਸਭਾਵਾਂ ਨੇ ਜਿਹਨਾਂ 'ਚ ਡਾਇਲਿਸਿਸ ਸੈਂਟਰ ਬਣੇ ਹੋਏ ਨੇ ਔਰ ਉੱਥੇ ਨਾਲ ਦੇ ਨਾਲ ਐਮਰਜੈਂਸੀ ਵੀ ਹੈ। ਤਾਂ ਬਾਲਾ ਸਾਹਿਬ ਗੁਰਦੁਆਰੇ ਵਰਗੀ ਜਗ੍ਹਾ 'ਤੇ ਜਿੱਥੇ ਕਿ ਸਾਲਾਂ ਤੋਂ ਇੱਕ 500 ਬੈੱਡ ਦੇ ਹਸਪੀਟਲ ਬਣਨ ਦੀ ਗੱਲ ਚੱਲ ਰਹੀ ਸੀ ਔਰ ਉਹਦੀ ਜਿਹੜੀ ਬਦਲ ਹੈ ਉਹਨੂੰ ਡਾਇਲਿਸਿਸ ਸੈਂਟਰ ਬਣਾ ਦਿੱਤਾ ਜਾਵੇ। ਹਾਂਜੀ, ਜੋ ਇੱਕ ਵਿਜ਼ਨ ਸੀ ਇਹਦਾ ਬਾਲਾ ਸਾਹਿਬ ਹਸਪੀਟਲ ਦਾ, ਉਹ ਅਸਲ ਵਿੱਚ ਸੀਗਾ ਵੀ 550 ਬੈੱਡ ਦਾ ਵਿਜ਼ਨ ਸੀਗਾ, ਲੇਕਿਨ ਉਹਨੂੰ ਡਾਇਲਿਸਿਸ ਸੈਂਟਰ ਵਿੱਚ ਬਦਲ ਦਿੱਤਾ ਗਿਆ। ਜਿਸ ਤਰ੍ਹਾਂ ਤੁਸੀਂ ਥੋੜਾ ਜ਼ਿਕਰ ਵੀ ਕੀਤਾ ਕਿ ਡਾਇਲਿਸਿਸ ਸੈਂਟਰ ਆ ਉਹ ਤੇ ਲੋਕਲ ਗੁਰਦੁਆਰਿਆਂ ਦੇ ਵਿੱਚ ਜਾਂ ਹੋਰ ਕਈ ਜਗ੍ਹਾ ਤੇ ਉਹ ਖੁੱਲੇ ਹੋਏ ਆ, ਤੇ ਇਹ ਸਿੱਖ ਸੰਗਤਾਂ ਦੇ ਦਸਵੰਧ ਦੀ ਦੁਰਵਰਤੋਂ ਨਹੀਂ ਹੈਗੀ? ਮੈਂ ਇਸ ਨੂੰ ਇਸ ਤਰ੍ਹਾਂ ਲਵਾਂਗਾ ਕਿ ਪਹਿਲੀ ਗੱਲ ਤਾਂ ਮੈਂ ਐਗਜ਼ੈਕਟਿਵ ਕਮੇਟੀ ਦਾ ਮੈਂਬਰ ਹਾਂ ਔਰ ਇਹ ਇਤਨਾ ਵੱਡਾ ਇੱਕ ਅਗਰ ਪ੍ਰੋਜੈਕਟ ਬਣਾਉਣਾ ਸੀ ਤਾਂ ਕਿਸੇ NGO ਨਾਲ, ਜੋ ਸੁਣਨ ਵਿੱਚ ਆਇਆ, ਕਿਸੇ NGO ਦੇ ਨਾਲ ਕੰਟਰੈਕਟ ਹੋਇਆ ਹੈ। ਉਸ NGO ਨਾਲ ਕੀ ਕੰਟਰੈਕਟ ਹੋਇਆ ਹੈ, ਕਿਸ ਬੇਸ ਤੇ ਹੋਇਆ ਹੈ? ਅਰਬਾਂ ਰੁਪਏ ਦੀ ਜਗ੍ਹਾ ਜਿਹੜੀ ਕੀ ਹੈ ਬਿਲਕੁਲ ਆਊਟਰ ਰਿੰਗ ਰੋਡ ਦੇ ਅੱਗੇ ਸਭ ਤੋਂ ਵੱਡੇ ਦਰਵਾਜ਼ੇ ਦੇ ਸਾਹਮਣੇ ਉਹ ਜਗ੍ਹਾ ਦੇ ਦਿੱਤੀ ਗਈ। ਇਹ ਕਿਸੇ ਐਗਜ਼ੈਕਟਿਵ ਦੇ ਸਾਹਮਣੇ ਇਹ ਗੱਲ ਨਹੀਂ ਆਈ। ਮੈਨੂੰ ਲੱਗਦਾ ਕਿ ਕੰਮ ਸ਼ੁਭ ਹੈ, ਲੇਕਿਨ ਅਗਰ ਇਸ ਨੂੰ ਬੜੇ ਸਹਿਜੇ ਨਾਲ ਪੂਰੀ ਪਲੈਨਿੰਗ ਨਾਲ ਬਣਾਇਆ ਜਾਂਦਾ ਤਾਂ ਬਿਹਤਰ ਹੁੰਦਾ। ਜਿਹੜਾ ਵੀ ਜੀ ਇਹ ਆਪਣੇ ਬਾਲਾ ਸਾਹਿਬ ਹਸਪੀਟਲ ਜੋ ਡਾਇਲਿਸਿਸ ਸੈਂਟਰ ਬਣਾਇਆ ਗਿਆ, ਉਹਦੇ ਵਿੱਚ ਕੁਝ ਦਿਨ ਪਹਿਲਾਂ ਰਾਜਕੁਮਾਰ ਦੀ ਡੈਥ ਹੋਈ ਹੈ, ਉਹਦਾ ਕਾਰਨ ਤੁਸੀਂ ਕਿਸ ਨੂੰ ਮੰਨਦੇ ਆ? ਦੇਖੋ, ਕਾਰਨ ਜਿਹੜੀ ਮੈਂ ਪਹਿਲੇ ਵੀ ਕਹਿਤਾ, ਕਾਰਨ ਹੈ ਕਿ ਉੱਥੇ ਇੱਕ ਐਮਰਜੈਂਸੀ ਹੋਣੀ ਬੜੀ ਜ਼ਰੂਰੀ ਸੀ, ਐਕਸਪਰਟ ਡਾਕਟਰ ਹੋਣੇ ਜ਼ਰੂਰੀ ਸੀ। ਹਾਲਾਂਕਿ ਜੇ ਉਹ ਪੇਸ਼ੈਂਟ ਵੇਟ ਕਰ ਰਿਹਾ ਸੀ, ਉਹਨੂੰ ਕੋਈ ਤਕਲੀਫ ਹੋਈ ਤਾਂ ਉਸ ਤਕਲੀਫ ਦਾ ਉੱਥੇ ਕੋਈ ਨਾ ਕੋਈ ਡਾਕਟਰ ਹੋਣਾ ਚਾਹੀਦਾ ਸੀ, ਮੁਹੱਈਆ ਹੋਣਾ ਚਾਹੀਦਾ ਸੀ ਤਾਂ ਕਿ ਉਹ ਜਾਨ ਬਚਾਈ ਸਕੇ। ਡਾਕਟਰ ਨਹੀਂ ਸੀ, ਹਾਰਟ ਸਪੈਸ਼ਲਿਸਟ ਨਹੀਂ ਸੀ, ਕਿਸੇ ਨੇ BP ਚੈੱਕ ਨਹੀਂ ਕੀਤਾ, ਉਸ ਕਾਰਨ ਉਸ ਦੀ ਡੈਥ ਹੋ ਗਈ। ਤਾਂ ਇਸ ਦਾ ਕਾਰਨ ਤਾਂ ਮੈਂ ਨੈਗਲੀਜੈਂਸ ਹੀ ਸਮਝਦਾ। ਔਰ ਨੈਗਲੀਜੈਂਸ ਕਿਸ ਦੀ ਹੋਏਗੀ? ਨੈਗਲੀਜੈਂਸ ਉਹ ਜਿਹੜੇ ਉੱਥੇ ਪਾਵਰ ਵਿੱਚ ਨੇ, ਜਿਹੜੇ ਉੱਥੇ ਪੂਰੇ ਮੈਨੇਜਮੈਂਟ ਕਰ ਰਹੇ ਨੇ। ਨੈਗਲੀਜੈਂਸ ਤਾਂ ਉੱਥੇ ਹੀ ਹੋਈ ਹੈ। ਬਾਲਾ ਸਾਹਿਬ ਹਸਪੀਟਲ ਜੇਕਰ ਇਹ ਬਾਦਲ ਦਲ ਦੀ ਸਿਆਸਤ ਦੀ ਭੇਟ ਨਾ ਚੜਿਆ ਹੁੰਦਾ ਤੇ ਇਹਦਾ ਵੀ ਜੀ ਸਿੱਖ ਸੰਗਤਾਂ ਨੂੰ ਕੀ ਫਾਇਦਾ ਹੋਣਾ ਸੀ, ਕੀ ਲਾਭ ਹੋਣਾ ਸੀ? ਨਹੀਂ, ਇੱਕ ਬੜਾ ਅਗਰ ਵੱਡਾ 500 ਬੈੱਡ ਦਾ ਜਿਵੇਂ ਹੈ ਉੱਥੇ ਅਗਰ ਹਸਪੀਟਲ ਹੁੰਦਾ ਤਾਂ ਮੈਂ ਸਮਝਦਾ ਕਿ ਜਿੱਥੇ ਕਰੋਨਾ ਕਾਲ ਦੇ ਵਿੱਚ ਜਾਂ ਗਰੀਬ ਸਿੱਖਾਂ ਦਾ ਇਲਾਜ ਉੱਥੇ ਹੁੰਦੇ, ਤੇ ਤਾਂ ਹੁਣ ਡਾਇਲਿਸਿਸ ਸੈਂਟਰ ਤਾਂ ਮੈਂ ਨਹੀਂ ਸਮਝਦਾ ਕਿ ਮੇਰੀ ਪੂਰੀ ਜ਼ਿੰਦਗੀ ਦੇ ਵਿੱਚ ਮੈਂ ਮੇਰੇ ਕਿਸੇ ਰਿਸ਼ਤੇਦਾਰ ਜਾਂ ਦੋਸਤ 'ਚ ਮੈਂ ਤਾਂ ਦੇਖਿਆ ਨਹੀਂ ਸਾਡੇ ਕਿੱਥੇ ਡਾਇਲਿਸਿਸ ਹੋਵੇ। ਬੜਾ ਇੱਕ ਰੇਅਰ ਜੀ ਇਹ ਇੱਕ ਬਿਮਾਰੀ ਹੈ ਔਰ ਫਿਰ ਸਿਰਫ ਇੱਕ ਬਿਮਾਰੀ ਲਈ ਇੱਕ ਡਾਇਲਿਸਿਸ ਸੈਂਟਰ ਉੱਥੇ ਬਣਾ ਦਿੱਤਾ ਜਾਵੇ,
ਇਹ ਤਾਂ ਮਲਟੀਪਰਪਸ ਦਾ ਹੋਣਾ ਚਾਹੀਦਾ ਹੈ ਉੱਥੇ ਹਸਪੀਟਲ। ਤੇ ਨੇਚਰਲੀ ਇਹ ਇੱਕ ਨੁਕਸਾਨ ਤਾਂ ਬਹੁਤ ਹੈ ਕਿ ਕਿੱਥੇ ਇੱਕ 500 ਬੈੱਡ ਦਾ ਹਸਪੀਟਲ ਹੋਵੇ ਔਰ ਕਿੱਥੇ ਇੱਕ ਡਾਇਲਸਿਸ ਸੈਂਟਰ ਬਣਾ ਦਿੱਤਾ ਜਾਵੇ। ਜ਼ਮੀਨ ਅਸਮਾਨ ਦਾ ਅੰਤਰ ਹੈ ਇਸ ਗੱਲ ਦਾ। ਤੁਹਾਨੂੰ ਵੀ ਜੀ ਲੱਗਦਾ ਵੀ ਇਹਨਾਂ ਝੂਠੇ ਪ੍ਰਚਾਰ ਕਰਕੇ ਬਾਲਾ ਸਾਹਿਬ ਦਾ ਹਸਪੀਟਲ ਦਾ ਡਾਇਲਿਸਿਸ ਸੈਂਟਰ ਬਣਾ ਕੇ ਇੰਨਾ ਝੂਠਾ ਪ੍ਰਚਾਰ ਕੀਤਾ ਗਿਆ, ਇਹਨੂੰ ਰਾਜਨੀਤੀ ਪ੍ਰਚਾਰ ਬਣਾਇਆ ਗਿਆ, ਤੇ ਇਹਦੇ ਨਾਲ ਇਹਨੂੰ ਦੇਖ ਕੇ ਕੋਈ ਹੈਲਥ ਬੋਡੀ ਜਿਹੜੇ ਕੇਅਰ ਸੈਂਟਰ ਆ, ਜਿਹੜੇ ਇੰਸਟੀਚਿਊਟ ਹੈਗੇ ਆ, ਉਹ ਇਹਨਾਂ ਨੂੰ ਇਨਵੈਸਟਮੈਂਟ ਕਰੇਗਾ ਕੋਈ? ਨਹੀਂ, ਦੇਖੋ ਗੱਲ ਸੁਣੋ, ਇਹ ਪ੍ਰਚਾਰ ਝੂਠਾ ਮੈਂ ਨਹੀਂ ਇਸ ਨੂੰ ਵਰਡ ਯੂਜ਼ ਕਰਾਂਗਾ। ਪ੍ਰਚਾਰ ਤਾਂ ਹੈ ਕਿ ਲੋਕਾਂ ਦੇ 'ਚ ਇੰਨੀ ਅਵੇਅਰਨੈਸ ਤਾਂ ਹੋਣੀ ਚਾਹੀਏ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਹਸਪੀਟਲ ਐਂਡ ਡਾਇਲਿਸਿਸ ਸੈਂਟਰ। ਔਰ ਇਹ ਦੁਨੀਆ ਨੂੰ ਦਿਖ ਗਿਆ, ਦੁਨੀਆ ਨੂੰ ਇਹ ਦੇਖ ਰਹੀ ਹੈ, ਦਿਖ ਗਿਆ। ਮੇਰਾ ਤਾਂ ਇੱਕ ਹੋਰ ਬੜਾ ਵੱਡਾ ਇਤਰਾਜ਼ ਹੈ ਕਿ ਡਾਇਲਿਸਿਸ ਸੈਂਟਰ ਖੋਲਿਆ ਗਿਆ ਔਰ ਉੱਥੇ ਟਕੈਤ ਨੂੰ ਬੁਲਾਇਆ ਗਿਆ, ਜਦਕਿ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਉਂਦੇ, ਐਮਰਜੈਂਸੀ ਹੁੰਦੀ ਉੱਥੇ। ਮੈਨੂੰ ਸਭ ਕੁਝ ਐਵੇਂ ਲੱਗਦਾ ਕਿ ਜਿਵੇਂ ਬਹੁਤ ਜਲਦੀ ਦੇ ਵਿੱਚ, ਬਾਜੜਾਂ ਦੇ ਵਿੱਚ ਇਹ ਕੀਤਾ ਗਿਆ, ਔਰ ਉਸ ਕਰਕੇ ਜਿਹੜੀਆਂ ਚੀਜ਼ਾਂ ਜ਼ਰੂਰੀ ਸੀ ਉਹਨਾਂ ਨੂੰ ਇਗਨੋਰ ਕਰ ਦਿੱਤਾ ਗਿਆ, ਔਰ ਜਿਸ ਨਾਲ ਕਿ ਅੱਜ ਲੋਕਾਂ ਦੇ ਵਿੱਚ ਬੜਾ ਕਨਫਿਊਜ਼ਨ ਹੋ ਗਿਆ। ਹੁਣ ਲੋਕਾਂ ਦੇ ਵਿੱਚ ਹੁਣ ਜਾਗਰਤੀ ਆ ਰਹੀ ਹੈ ਕਿ ਯਾਰ ਇਹ ਤਾਂ ਗੱਲ ਸੀਗੀ, ਇਹ ਗੱਲ ਤਾਂ ਠੀਕ ਹੈ, ਡਾਇਲਿਸਿਸ ਸੈਂਟਰ ਤੇ ਹਸਪੀਟਲ ਵਿੱਚ ਕੀ ਫਰਕ ਹੈ, ਲੋਕਾਂ ਨੂੰ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ। ਪਹਿਲੇ ਸ਼ਾਇਦ ਇਤਨੀ ਜ਼ਿਆਦਾ ਐਡਵਰਟਾਈਜ਼ਮੈਂਟ ਹੋ ਗਈ। ਔਰ ਦੇਖੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਤੋਂ ਬਾਅਦ ਦੂਸਰੀ ਸੰਸਥਾ ਹੈ ਜਿਹੜੀ ਵਰਲਡ ਦੀ ਸਭ ਤੋਂ ਵੱਡੀਆਂ ਇੰਸਟੀਟਿਊਸ਼ਨਸ ਨੇ ਸਿੱਖਾਂ ਦੀਆਂ। ਔਰ ਜਦੋਂ ਕੋਈ ਗੱਲ ਕਰਦੀ ਹੈ ਤੇ ਲੋਕ ਜਿਹੜੇ ਨੇ ਉਸ ਤੇ ਵਿਸ਼ਵਾਸ ਕਰਦੇ ਨੇ, ਲੇਕਿਨ ਅਗਰ ਉੱਥੇ ਕੋਈ ਨੁਕਸਾਨ ਹੋ ਜਾਏ ਤਾਂ ਲੋਕ ਬੇਮੁਖ ਵੀ ਬੜੀ ਜਲਦੀ ਹੋ ਜਾਂਦੇ ਨੇ, ਲੋਕ ਨਾਰਾਜ਼ ਵੀ ਬੜੀ ਜਲਦੀ ਹੋ ਜਾਂਦੇ ਨੇ। ਔਰ ਜਿਹੜੀ ਨਾਰਾਜ਼ਗੀ ਮੈਂ ਮਹਿਸੂਸ ਕਰ ਰਿਹਾ ਕਿ ਲੋਕਾਂ ਵਿੱਚ ਨਾਰਾਜ਼ਗੀ ਹੋ ਰਹੀ ਹੈ। ਮਨਜੀਤ ਸਿੰਘ ਜੀਕੇ ਵੱਲੋਂ ਇਹ ਐਕਸੈਪਟ ਕੀਤਾ ਗਿਆ ਕਿ ਜਿਹੜਾ ਬਾਲਾ ਸਾਹਿਬ ਹਸਪੀਟਲ ਦੇ ਨਾਲ ਬਾਦਲ ਦਲ ਵੱਲੋਂ ਬਲੈਂਡਰ ਕੀਤਾ ਗਿਆ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਦੇਖੋ, ਮਨਜੀਤ ਸਿੰਘ ਜੀਕੇ ਜੀ ਨੇ ਉਦੋਂ ਵਿਰੋਧ ਕੀਤਾ ਸੀ ਹਸਪੀਟਲ ਦਾ, ਉਦੋਂ ਜਦੋਂ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਔਰ ਅਕਾਲੀ ਦਲ ਬਾਦਲ ਦੇ ਪ੍ਰਧਾਨ ਵੀ ਸੀ। ਉਹਨਾਂ ਨੂੰ ਬਾਅਦ ਵਿੱਚ ਮਹਿਸੂਸ ਹੋਇਆ ਹੋਵੇਗਾ, ਉਹਨਾਂ ਨੇ ਕਨਫੈਸ ਕੀਤਾ ਕਿ ਸਾਡੇ ਕੋਲ ਇਹ ਗਲਤੀ ਹੋਈ ਕਿ ਇਹ ਇਤਨੀ ਵੱਡੀ ਸੰਸਥਾ ਜਿਹੜੀ ਹੈ, ਉਹ ਅਗਰ ਹਸਪੀਟਲ ਉਸ ਟਾਈਮ ਬਣ ਜਾਂਦਾ, ਉਦੋਂ ਬਣ ਵੀ ਰਿਹਾ ਸੀ, ਤਾਂ ਇਹ ਸਿੱਖਾਂ ਦਾ, ਦਿੱਲੀ ਦੇ ਸਿੱਖਾਂ ਦਾ ਬਹੁਤ ਭਲਾ ਹੋਣਾ ਸੀ। ਇਹ ਗੱਲ ਉਹਨਾਂ ਨੇ ਮਹਿਸੂਸ ਕੀਤੀ ਤੇ ਉਹਨੂੰ ਕਨਫੈਸ ਕੀਤਾ। ਮੈਨੂੰ ਲੱਗਦਾ ਕਿ ਚਲੋ ਅਗਰ ਪਾਵਰ ਵਿੱਚ ਹੁੰਦੇ ਹੋਏ ਕੋਈ ਗਲਤੀ ਹੋਈ, ਉਹ ਬਾਅਦ ਵਿੱਚ ਉਹਨਾਂ ਨੇ ਉਸ ਗਲਤੀ ਦਾ ਅਹਿਸਾਸ ਕੀਤਾ ਔਰ ਲੋਕਾਂ ਦੇ ਸਾਹਮਣੇ ਆਪਣੇ ਸੈਂਟੀਮੈਂਟ ਰੱਖੇ, ਸ਼ਾਇਦ ਉਹਨਾਂ ਨੇ ਬਹੁਤ ਚੰਗਾ ਕੀਤਾ। DSGMC ਦੇ ਜੋ ਚੋਣਾਂ ਦੇ ਸਮੇਂ ਮੁੱਦਿਆਂ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ, ਲੇਕਿਨ ਅਸਲ ਵਿੱਚ ਇਹ ਮੁੱਦੇ ਹੋਣੇ ਕੀ ਚਾਹੀਦੇ ਆ, ਪ੍ਰਚਾਰ ਕੀ ਹੋਣਾ ਚਾਹੀਦਾ? ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਜੀ? ਮੈਨੂੰ ਲੱਗਦਾ ਹੈ ਕਿ ਅੱਜ ਇਹ ਇੱਕ ਬੜਾ ਬਖਦਾ ਜਿਹੜਾ ਮਸਲਾ ਹੈ, ਔਰ ਇਸ ਮਸਲੇ ਤੇ ਤੁਸੀਂ ਜਿਹੜਾ ਸਵਾਲ ਕੀਤਾ ਹੈ, ਇਹ ਟਾਕ ਆਫ ਦਾ ਟਾਊਨ ਹੋਣਾ ਚਾਹੀਦਾ ਹੈ। ਦੇਖੋ, ਇਸ ਤੁਹਾਡੇ ਸਵਾਲ ਦੇ ਜਵਾਬ ਵਿੱਚ ਸਭ ਤੋਂ ਪਹਿਲੇ ਇਹ ਸਮਝਣਾ ਪਏਗਾ ਕਿ ਗੁਰਦੁਆਰਾ ਪ੍ਰਬੰਧ ਹੈ ਕੀ। ਤਾਂ ਉਸ ਕੰਟੈਸਟ ਵਿੱਚ ਮੈਂ ਇੰਨਾ ਹੀ ਕਹਾਂਗਾ ਕਿ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਗੁਰਦੁਆਰੇ ਦੀ ਜਿਹੜੀ ਡੈਫੀਨੇਸ਼ਨ ਲਿਖੀ ਹੈ, ਤੇ ਉਹ ਕਹਿੰਦੇ ਨੇ ਕਿ ਗੁਰਦੁਆਰਾ ਇੱਕ ਆਤਮਿਕ ਸੁੱਖ ਦਾ ਸੋਮਾ ਤਾਂ ਹੈ ਹੀ ਹੈ, ਲੇਕਿਨ ਗੁਰਦੁਆਰਾ ਉਹ ਹੈ ਜਿੱਥੇ ਭੁੱਖੇ ਲਈ ਉਹ ਅੰਨਾਪੂਰਨਾ ਹੈ, ਗੁਰਦੁਆਰਾ ਵਿਦਿਆਰਥੀ ਲਈ ਪਾਠਸ਼ਾਲਾ ਹੈ, ਰੋਗੀ ਲਈ ਦਵਾਖਾਨਾ ਹੈ, ਔਰ ਯਾਤਰੀ ਲਈ ਯਾਤਰੀ ਨਿਵਾਸ ਹੈ। ਤਾਂ ਮੈਂ ਸਮਝਦਾ ਕਿ ਗੁਰਦੁਆਰੇ ਪ੍ਰਬੰਧ ਦੇ ਜਿਹੜੇ 5 ਮੁੱਦੇ ਜਿਹੜੇ ਨੇ ਉਹ ਹੀ ਹਾਈਲਾਈਟ ਹੋਣੇ ਚਾਹੀਦੇ ਨੇ, ਔਰ ਕਿਸੇ ਵੀ ਬੰਦੇ ਨੂੰ ਵੋਟ ਜਿਹੜਾ ਸੰਗਤਾਂ ਨੂੰ ਵੋਟ ਪਾਣੇ ਚਾਹੀਦੇ ਨੇ, ਇਹਨਾਂ 5 ਮੁੱਦਿਆਂ ਨੂੰ ਦੇਖ ਕੇ ਪਾਣੇ ਚਾਹੀਦੇ ਨੇ। ਇਹਨੂੰ ਇਹ ਦੇਖਣਾ ਚਾਹੀਦਾ ਕਿ ਇਹ 5 ਮੁੱਦਿਆਂ ਦੇ ਉੱਤੇ ਐਟ ਪ੍ਰੈਜ਼ੈਂਟ ਜਿਹੜੀ ਗੁਰਦੁਆਰਾ ਕਮੇਟੀ ਹੈ ਉਹਦੀ ਕੀ ਕਾਰਗੁਜ਼ਾਰੀ ਹੈ। ਸਭ ਤੋਂ ਪਹਿਲੀ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਗੁਰਦੁਆਰੇ ਸਾਹਿਬ ਦੀ ਮਰਿਆਦਾ ਕੀ ਹੈ, ਉੱਥੇ ਸਤ ਸੰਗਤ ਕੈਸੀ ਹੋ ਰਹੀ ਹੈ, ਉਸ ਤਰ੍ਹਾਂ ਦੇ ਉੱਥੇ ਕੀਰਤਨ ਦਾ ਕੀ ਪ੍ਰਬੰਧ ਹੈ, ਉੱਥੇ ਕਥਾ ਦਾ ਕੀ ਪ੍ਰਬੰਧ ਹੈ, ਉੱਥੇ ਕਥਾ ਕਿਸ ਟੌਪਿਕ ਤੇ ਹੋ ਰਹੀ ਹੈ, ਉੱਥੋਂ ਦਾ ਜਿਹੜਾ ਅੰਦਰ ਦਾ ਪ੍ਰਬੰਧ ਹੈ, ਉੱਥੋਂ ਦੇ ਮੈਨੇਜਰ, ਉੱਥੋਂ ਦੇ ਸੇਵਾਦਾਰ, ਉੱਥੋਂ ਦੇ ਰਾਗੀ, ਉੱਥੋਂ ਦੇ ਕਥਾਕਾਰ, ਉਹ ਕਿਸ ਤਰ੍ਹਾਂ ਦੇ ਨੇ। ਦੂਸਰਾ ਜਿਹੜਾ ਹੈ ਸਕੂਲ, ਗੁਰਦੁਆਰੇ ਦੇ ਅੰਦਰ ਜਿਹੜੇ ਸਕੂਲ ਚੱਲ ਰਹੇ ਨੇ, ਅੱਜ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ 11 ਦੇ ਕਰੀਬ ਪਬਲਿਕ ਸਕੂਲ ਚੱਲ ਰਹੇ ਨੇ, 35-40 ਸਕੂਲ ਜਿਹੜੇ ਨੇ ਗੌਰਮੈਂਟ ਏਡਡ ਨੇ, 4 ਕਾਲਜ ਨੇ,
ਜਿਹੜੀਆਂ 8 10 12 ਜਿਹੜੀਆਂ ਨੇ ਉਹ ਟੈਕਨੀਕਲ ਇੰਸਟੀਟਿਊਸ਼ਨਸ ਚੱਲ ਰਹੀਆਂ ਨੇ, ਉਹਨਾਂ ਦੀ ਕੀ ਕਾਰਗੁਜ਼ਾਰੀ ਹੈ, ਉਹਨਾਂ ਨੂੰ ਇਹ ਕਿਵੇਂ ਮੈਨੇਜ ਕੀਤਾ ਗਿਆ ਪਿਛਲੇ 6-7 ਸਾਲਾਂ ਦੇ ਵਿੱਚ, ਉਹਨਾਂ ਤੋਂ ਕੀ ਰਿਜ਼ਲਟ ਮਿਲਿਆ, ਕਿੰਨੇ ਕੁ ਬੱਚੇ ਸਾਡੇ ਉਹਨਾਂ ਇੰਸਟੀਟਿਊਸ਼ਨਾਂ ਤੋਂ ਹੋ ਕੇ ਦੇਸ਼ ਜਾਂ ਕੌਮ ਦਾ ਕਿ ਨਾਂ ਉੱਚਾ ਕੀਤਾ। ਦੂਸਰੀ ਆਂਦੀ ਏ ਦਵਾਖਾਨਾ ਦੀ ਗੱਲ, ਰੋਗੀ ਲਈ ਦਵਾਖਾਨਾ, ਹੌਸਪੀਟਲਸ, ਉਹ ਜਿਹੜੇ ਹੌਸਪੀਟਲ ਗੁਰਦੁਆਰਾ ਕਮੇਟੀ ਦੇ ਅੰਡਰ ਚੱਲਦੇ ਨੇ, ਉਹਨਾਂ ਦੀ ਕੀ ਕਾਰਗੁਜ਼ਾਰੀ ਹੈ, ਉਹ ਕਿੰਨਾ ਆਊਟਪੁੱਟ ਦੇ ਰਹੇ ਨੇ, ਉਹਨਾਂ ਬਾਰੇ ਦੇਖਣਾ ਚਾਹੀਦਾ ਹੈ। ਗੁਰਦੁਆਰੇ ਦਾ ਰੱਖ ਰਖਾਵ ਕਿਵੇਂ ਹੋ ਰਿਹਾ, ਇਹ ਸਾਰੇ ਮੁੱਦੇ ਜਿਹੜੇ ਨੇ, ਇਹਨਾਂ ਮੁੱਦਿਆਂ ਨੂੰ ਮੱਦੇਨਜ਼ਰ ਦੇਖ ਕੇ ਰਹਿ ਕੇ ਇੱਕ ਸਿੱਖ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣੇ ਜਾਣ ਦਾ ਜਿਹੜਾ ਵੋਟ ਪਾਣਾ, ਇਹ ਮੁੱਦੇ ਜਿਹੜੇ ਨੇ ਐਕਚੁਅਲੀ ਇਹ ਮੁੱਦੇ ਹਾਈਲਾਈਟ ਹੋਣੇ ਚਾਹੀਦੇ ਨੇ ਔਰ ਇਹਨਾਂ ਮੁੱਦਿਆਂ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਲੇਕਿਨ ਮੈਂ ਬੜੇ ਭਾਰੇ ਮਨ ਨਾਲ ਇਹ ਗੱਲ ਕਹਿ ਰਿਹਾ ਕਿ ਜਿਹੜੇ ਅੱਜ ਗੁਰਦੁਆਰਾ ਕਮੇਟੀ ਦੇ ਉੱਤੇ ਪ੍ਰਬੰਧ ਕਰ ਰਹੇ ਨੇ, ਉਹ ਇਹਨਾਂ ਮੁੱਦਿਆਂ ਨੂੰ, ਕਿਸੇ ਮੁੱਦੇ ਨੂੰ ਉਹ ਟੱਚ ਹੀ ਨਹੀਂ ਕਰ ਰਹੇ। ਉਹ ਮੁੱਦੇ ਕਿਹੜੇ ਕਰ ਰਹੇ ਨੇ? ਮੈਂ ਇਹ ਕਹਿ ਰਿਹਾ ਕਿ ਕੰਮ ਜਿਹੜੇ ਨੇ, ਜੋ ਕੁਝ ਹੋ ਰਿਹਾ ਉਹ ਹੋਣਾ ਚਾਹੀਦਾ, ਪਰ ਜਿਹੜੇ ਕੰਮ ਪੋਲੀਟੀਕਲ ਪਾਰਟੀ ਦੇ ਨੇ, ਦੇਖੋ ਸਿੱਖਾਂ ਦੀ ਇੱਕ ਪੋਲੀਟੀਕਲ ਪਾਰਟੀ ਹੈ, ਇੱਕ ਜਿਹੜੀ ਇਹ ਧਾਰਮਿਕ ਪ੍ਰਬੰਧ ਹੈਗਾ, ਇੱਕ ਪੋਲੀਟੀਕਲ ਹੈ। ਪੋਲੀਟੀਕਲ ਲਈ ਸ਼੍ਰੋਮਣੀ ਅਕਾਲੀ ਦਲ ਹੈ, ਪੰਜਾਬ ਵਿੱਚ ਰਾਜ ਹੈ ਉਹਨਾਂ ਦਾ, ਉਹਨਾਂ ਦੇ ਮੈਂਬਰ ਪਾਰਲੀਮੈਂਟ ਹੈਗੇ ਇੱਥੇ, ਇਹ ਉਹਨਾਂ ਦਾ ਕੰਮ ਹੈ। ਇੱਕ ਹੈ ਗੁਰਦੁਆਰਾ ਪ੍ਰਬੰਧ, ਜਿਹੜਾ ਸਿਰਫ ਤੇ ਸਿਰਫ ਗੁਰਦੁਆਰਿਆਂ ਨਾਲ ਸੰਬੰਧਿਤ ਹੋਏ। ਦਿੱਲੀ ਐਕਟ ਜਿਹੜਾ ਬਣਿਆ ਹੈ, ਦਿੱਲੀ ਐਕਟ ਦੀ ਜਿਹੜੀ ਜੁਰੀਡਿਕਸ਼ਨ ਹੈ, ਉਹ ਸਿਰਫ ਦਿੱਲੀ ਦਾ ਮਹਾਨਗਰ ਹੈ। ਦਿੱਲੀ ਆਊਟਸਾਈਡ ਦਿੱਲੀ ਦੇ ਜਿਹੜੇ ਅਫੇਅਰਸ ਨੇ ਉਹ ਸ਼੍ਰੋਮਣੀ ਕਮੇਟੀ ਦੇ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਅਕਸਰ ਅਸੀਂ ਕਹਿੰਦੇ ਹਾਂ ਪਾਰਲੀਮੈਂਟ ਆਫ ਸਿੱਖ। ਆਲ ਵਰਲਡ ਵਿੱਚ ਜਿੱਥੇ ਸਿੱਖ ਬੈਠਾ ਹੈ, ਉਹਦਾ ਕੰਸਰਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨਾਲ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਇੰਸਟੀਟਿਊਸ਼ਨਸ ਨੇ, ਉਹਨਾਂ ਇੰਸਟੀਟਿਊਸ਼ਨਸ ਦਾ ਕਿਸੇ ਨਾਲ ਕੋਈ ਡਿਸਕਸ਼ਨ ਨਹੀਂ। ਡਿਸਕਸ਼ਨ ਹੋ ਰਹੀ ਹੈ ਕਿ ਕਿਸਾਨਾਂ ਦੀ ਬੇਲ ਹੋ ਰਹੀ ਹੈ, ਟਕੈਤ ਜਿਹਨੂੰ ਸਟੇਜਾਂ ਤੇ ਲੈ ਜਾਣਾ ਹੈ, ਡਿਸਕਸ਼ਨ ਹੋ ਰਹੀ ਹੈ ਜਿਵੇਂ ਜਿਹੜੇ ਡਾਇਲਿਸਿਸ ਸੈਂਟਰ ਬਣਾਏ ਨੇ ਜਿਹੜੇ ਇਨਕੰਪਲੀਟ ਨੇ। ਤਾਂ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਤੁਹਾਡੇ ਇਸ ਟੀਵੀ ਜਾਂ ਇਸ ਇੰਟਰਵਿਊ ਦੇ ਮਾਧਿਅਮ ਨਾਲ ਸਾਰੀ ਦਿੱਲੀ ਦੀ ਸਿੱਖ ਸੰਗਤ ਨੂੰ ਕਿ ਤੁਸੀਂ ਇਹ ਜਿਹੜੇ 5 ਮੁੱਦੇ ਨੇ, ਇਹਨਾਂ 5 ਮੁੱਦਿਆਂ ਨੂੰ ਮੱਦੇਨਜ਼ਰ ਦੇਖ ਕੇ ਵੋਟ ਪਾਓ, ਉਹਨਾਂ ਨੂੰ ਜਿਤਾਓ। ਜਿਹੜੇ ਇਹ 5 ਮੁੱਦਿਆਂ ਦੇ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ, ਉਹਨਾਂ ਨੂੰ ਸਿੱਖੀ ਦਾ ਪਤਾ ਹੋਣਾ ਚਾਹੀਦਾ, ਗੁਰਮਤ ਦਾ ਪਤਾ ਹੋਣਾ ਚਾਹੀਦਾ, ਇਮਾਨਦਾਰ ਹੋਣੇ ਚਾਹੀਦੇ ਨੇ, ਕਿਰਦਾਰ ਹੋਣਾ ਚਾਹੀਦਾ। ਇਹ ਸਾਰੀਆਂ ਦੇਖ ਕੇ ਵੋਟ ਪਾਓ, ਨਾ ਕਿ ਪਾਰਟੀ ਦੇਖ ਕੇ ਪਾਓ। ਇੰਡੀਵਿਜੂਅਲ ਹਰ ਇੱਕ ਦਾ ਕਰੈਕਟਰ ਦੇਖਿਆ ਜਾਵੇ, ਉਸ ਹਿਸਾਬ ਨਾਲ ਉਹਨਾਂ ਨੂੰ ਉੱਤੇ ਭੇਜੋ। ਸਿਰਫ ਉਹ ਮੈਂਬਰ ਗੁਰਦੁਆਰੇ ਦੇ ਨਹੀਂ ਬਣ ਰਹੇ, ਉਹ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ, ਬੱਚਿਆਂ ਦੀ ਹੈਲਥ, ਟੈਕਨੀਕਲ ਇੰਸਟੀਟਿਊਸ਼ਨਸ, ਉਹ ਸਾਰੀਆਂ ਉਹਨਾਂ ਨੇ ਜਾ ਕੇ ਮੈਨੇਜ ਕਰਨੀਆਂ ਨੇ। ਇੱਕ ਅਨਪੜ੍ਹ ਬੰਦਾ ਪਬਲਿਕ ਸਕੂਲਾਂ ਦਾ ਵਿੱਚ ਜਾ ਕੇ ਜਦੋਂ ਇੰਟਰਫੀਅਰ ਕਰੇਗਾ ਤੇ ਉਸਨੇ ਆਪਣੇ ਵਰਗੇ ਹੀ ਬਣਾ ਦੇਣੇ ਨੇ ਸਾਰੇ। ਇੱਕ ਜਿਹਨੂੰ ਧਾਰਮਿਕ ਪਤਾ ਹੀ ਨਹੀਂ ਹੈ, ਉਹ ਜਿਹੀ ਰਾਗੀ, ਉਹ ਜਿਹੀ ਪ੍ਰਚਾਰਕ ਜਿਹੜੇ ਨੇ ਉਹਨਾਂ ਨੂੰ ਅਪਾਇੰਟ ਕਰੇਗਾ, ਉਹਨਾਂ ਨੂੰ ਹੀ ਉਹ ਸੇਧ ਦੇਣਗੇ ਕਿ ਅੱਜ ਇਸ ਵਿਸ਼ੇ ਤੇ ਕਥਾ ਹੋਣੀ ਚਾਹੀਦੀ ਹੈ, ਅੱਜ ਇਸ ਵਿਸ਼ੇ ਤੇ ਕੀਰਤਨ ਹੋਣਾ ਚਾਹੀਦਾ। ਤੇ ਯੂ ਸੀ ਇਹ ਸਾਰੀਆਂ ਗੱਲਾਂ ਨੂੰ, ਔਰ ਇਹ ਬੜਾ ਇੰਪੋਰਟੈਂਟ ਸਵਾਲ ਹੈ ਇਸ ਇਲੈਕਸ਼ਨ ਸਿਸਟਮ ਲਈ। ਔਰ ਇਹ ਜਿਹੜਾ ਇਲੈਕਸ਼ਨ ਹੈ, ਇਸ ਇਲੈਕਸ਼ਨ ਨੇ ਹੀ ਸਿੱਖਾਂ ਦਾ ਔਰ ਸਿੱਖੀ ਦਾ ਜਿਹੜਾ ਫਿਊਚਰ ਬਣਾਉਣਾ ਹੈ, ਜਾਂ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਰੱਖ ਰਖਾਵ ਕਰਨਾ ਹੈ। ਬਾਲਾ ਸਾਹਿਬ ਹਸਪੀਟਲ ਨੂੰ ਲੈ ਕੇ ਇਸ ਮੁੱਦੇ ਤੇ ਵਿਚਾਰ ਕਰ ਰਹੇ ਸਨ ਸਾਡੇ ਨਾਲ ਸਰਦਾਰ ਹਰਿੰਦਰਪਾਲ ਸਿੰਘ ਜੀ, ਗੁਰਮਤ ਕਾਲਜ ਦੇ ਫਾਰਮਰ ਚੇਅਰਮੈਨ ਅਤੇ DSGMC ਦੇ ਐਗਜ਼ੈਕਟਿਵ ਮੈਂਬਰ। ਸਿੱਖ ਨਿਊਜ਼ ਐਕਸਪ੍ਰੈਸ ਵੱਲੋਂ ਵੀਰ ਜੀ ਦਾ ਅਤੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।